ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਕੁਲਦੀਪ ਗਿੱਲ ਲੈ ਕੇ ਹਾਜ਼ਰ ਹਾਂ ਡੇਲ ਕਾਰਨੇਗੀ ਦੀ ਕਿਤਾਬ ਚਿੰਤਾ ਛੱਡੋ ਸੁਖ ਨਾਲ ਜੀਓ ਦਾ ਸੈਕਿੰਡ ਚੈਪਟਰ ਅ ਮੈਜਿਕ ਫਾਰਮੂਲਾ ਫॉर ਸੋਲਵਿੰਗ ਵਰਿੰਗ ਸਿਚੁਏਸ਼ਨਸ। ਚਿੰਤਾਜਨਕ ਹਾਲਾਤਾਂ ਨੂੰ ਸੁਲਝਾਉਣ ਦੀ ਚਮਤਕਾਰੀ ਵਿਧੀ। ਕੀ ਤੁਸੀਂ ਚਿੰਤਾਜਨਕ ਹਾਲਾਤਾਂ 'ਤੇ ਜਿੱਤ ਪਾਉਣ ਲਈ ਕੁਇਕ, ਕਾਰਗਰ ਅਤੇ ਪੱਕਾ ਨੁਸਖਾ ਜਾਣਨਾ ਚਾਹੁੰਦੇ ਹੋ? ਅਰਥਾਤ ਇਸ ਕਿਤਾਬ ਨੂੰ ਹੋਰ ਅੱਗੇ ਪੜ੍ਹੇ ਜਾਂ ਸੁਣੇ ਜਾਣ ਤੋਂ ਪਹਿਲਾਂ ਹੀ ਕੀ ਤੁਸੀਂ ਉਸ ਦਾ ਪ੍ਰਯੋਗ ਕਰਨਾ ਚਾਹੁੰਦੇ ਹੋ? ਤਾਂ ਆਓ ਮੈਂ ਤੁਹਾਨੂੰ ਨਿਊਯਾਰਕ ਵਿੱਚ ਸਥਿਤ ਸਿਰੇਕਸ ਦੇ ਵਰਲਡ ਫੇਮਸ ਕੈਰੀਅਰ ਕਾਰਪੋਰੇਸ਼ਨ ਦੇ ਪ੍ਰਧਾਨ ਅਤੇ ਏਅਰ ਕੰਡੀਸ਼ਨਿੰਗ ਉਦਯੋਗ ਦੇ ਜਨਮਦਾਤਾ ਪ੍ਰਤਿਭਾ ਸੰਪੰਨ ਇੰਜੀਨੀਅਰ ਵਿਲਿਸ ਐਚ ਕੈਰੀਅਰ ਦੁਆਰਾ ਦਿੱਤੇ ਗਏ ਸੋਲਿਊਸ਼ਨ ਬਾਰੇ ਦੱਸਾਂਗਾ। ਇਹ ਉਪਾਅ ਚਿੰਤਾ ਦੂਰ ਕਰਨ ਵਾਲੇ ਹੁਣ ਤੱਕ ਦੇ ਸਾਰੇ ਉਪਾਵਾਂ ਨਾਲੋਂ ਵਧੀਆ ਹੈ। ਖੁਦ ਮਿਸਟਰ ਕੈਰੀਅਰ ਨੇ ਨਿਊਯਾਰਕ ਇੰਜੀਨੀਅਰ ਕਲੱਬ ਵਿੱਚ ਆਯੋਜਿਤ ਸਹਿਭੋਜ ਸਮੇਂ ਇਸ ਦੇ ਬਾਰੇ ਦੱਸਿਆ ਹੈ। ਮਿਸਟਰ ਕੈਰੀਅਰ ਨੇ ਦੱਸਿਆ ਕਿ ਮੈਂ ਆਪਣੀ ਜਵਾਨੀ ਵਿੱਚ ਨਿਊਯਾਰਕ ਦੀ ਬਫੇਲੋ ਫੋਰਸ ਕੰਪਨੀ ਵਿੱਚ ਕੰਮ ਕਰਦਾ ਸੀ। ਮਿਸੌਰੀ ਦੇ ਕ੍ਰਿਸਟਲ ਸ਼ਹਿਰ ਵਿੱਚ ਪਿਟਸਬਰਗ ਪਲੇਟ ਗਲਾਸ ਕੰਪਨੀ ਵਿੱਚ ਗੈਸ ਸ਼ੁੱਧ ਕਰਨ ਵਾਲਾ ਯੰਤਰ ਬਣਾਉਣ ਦਾ ਕੰਮ ਮੈਨੂੰ ਸੌਂਪਿਆ ਗਿਆ ਸੀ। ਇਸ ਪ੍ਰੋਜੈਕਟ 'ਤੇ ਲੱਖਾਂ ਡਾਲਰ ਖਰਚ ਕੀਤੇ ਗਏ ਸਨ। ਇਸ ਪਲਾਂਟ ਦਾ ਮਕਸਦ ਸੀ ਗੈਸ ਵਿਚਲੀਆਂ ਅਸ਼ੁੱਧੀਆਂ ਨੂੰ ਦੂਰ ਕਰਨਾ ਤਾਂ ਜੋ ਇੰਜਨ ਨੂੰ ਨੁਕਸਾਨ ਪਹੁੰਚਾਏ ਬਿਨਾਂ ਉਸ ਵਿੱਚ ਗੈਸ ਨੂੰ ਜਲਾਇਆ ਜਾ ਸਕੇ। ਗੈਸ ਸ਼ੁੱਧ ਕਰਨ ਦੀ ਇਹ ਵਿਧੀ ਨਵੀਂ ਸੀ। ਇਸ ਤੋਂ ਪਹਿਲਾਂ ਸਿਰਫ ਇੱਕ ਹੀ ਵਾਰ ਇਸ ਦਾ ਪ੍ਰਯੋਗ ਕੀਤਾ ਗਿਆ ਸੀ, ਪਰ ਵੱਖਰੇ ਹਾਲਾਤਾਂ ਵਿੱਚ। ਮਿਸੌਰੀ ਦੇ ਕ੍ਰਿਸਟਲ ਸ਼ਹਿਰ ਵਿੱਚ ਮੈਨੂੰ ਅਚਾਨਕ ਉਹ ਮੁਸ਼ਕਿਲਾਂ ਆਉਣ ਲੱਗੀਆਂ ਜਿਨ੍ਹਾਂ ਦਾ ਮੈਨੂੰ ਕੋਈ ਅੰਦਾਜ਼ਾ ਨਹੀਂ ਸੀ। ਕਿਸੇ ਹੱਦ ਤੱਕ ਇਹ ਕੰਮ ਠੀਕ ਰਿਹਾ, ਪਰ ਪੂਰੀ ਤਰ੍ਹਾਂ ਸੰਤੁਸ਼ਟੀਜਨਕ ਨਹੀਂ ਜਿੰਨੇ ਦੀ ਅਸੀਂ ਗਰੰਟੀ ਦਿੱਤੀ ਸੀ। ਆਪਣੀ ਇਸ ਅਸਫਲਤਾ ਦੇ ਕਾਰਨ ਮੈਂ ਸੁੰਨ ਰਹਿ ਗਿਆ, ਜਿਵੇਂ ਕਿਸੇ ਨੇ ਮੇਰੇ ਸਿਰ 'ਤੇ ਹਥੌੜਾ ਦੇ ਮਾਰਿਆ ਹੋਵੇ। ਮੇਰੇ ਪੇਟ ਵਿੱਚ ਵੱਟ ਪੈਣ ਲੱਗ ਪਏ। ਕੁਝ ਦਿਨਾਂ ਤੱਕ ਤਾਂ ਮੈਂ ਇੰਨੀ ਚਿੰਤਾ ਵਿੱਚ ਰਿਹਾ ਕਿ ਮੈਂ ਸੌਂ ਵੀ ਨਾ ਸਕਿਆ। ਅਖੀਰ ਮੇਰਾ ਵਿਵੇਕ ਜਾਗਿਆ ਅਤੇ ਮੈਂ ਸੋਚਿਆ ਕਿ ਚਿੰਤਾ ਕਰਨ ਨਾਲ ਕੋਈ ਹੱਲ ਨਹੀਂ ਨਿਕਲੇਗਾ। ਮੈਂ ਚਿੰਤਾ ਛੱਡ ਕੇ ਆਪਣੀ ਪੂਰੀ ਤਾਕਤ ਸਮੱਸਿਆ ਦਾ ਹੱਲ ਲੱਭਣ ਵਿੱਚ ਲਗਾ ਦਿੱਤੀ। ਆਖਿਰ ਮੈਨੂੰ ਆਪਣੀ ਸਮੱਸਿਆ ਦਾ ਹੱਲ ਲੱਭ ਗਿਆ ਅਤੇ ਉਸ ਦਾ ਬੜਾ ਹੈਰਾਨੀਜਨਕ ਨਤੀਜਾ ਨਿਕਲਿਆ। ਮੈਂ ਪਿਛਲੇ 30 ਸਾਲਾਂ ਤੋਂ ਉਸੇ ਚਿੰਤਾ ਨਾਸ਼ਕ ਨੁਸਖੇ ਦਾ ਇਸਤੇਮਾਲ ਕਰਦਾ ਆ ਰਿਹਾ ਹਾਂ। ਇਹ ਫਾਰਮੂਲਾ ਜਾਂ ਨੁਸਖਾ ਸਧਾਰਨ ਹੈ ਅਤੇ ਕੋਈ ਵੀ ਇਸ ਨੂੰ ਅਪਲਾਈ ਕਰ ਸਕਦਾ ਹੈ। ਇਸ ਦੀਆਂ ਅੱਗੇ ਦੱਸੀਆਂ 3 ਸਟੇਜਿਸ ਜਾਂ ਅਵਸਥਾਵਾਂ ਹਨ। ਪਹਿਲੀ ਅਵਸਥਾ ਜਾਂ ਸਟੇਜ। ਮੈਂ ਨਿਡਰਤਾ ਅਤੇ ਇਮਾਨਦਾਰੀ ਨਾਲ ਆਪਣੇ ਹਾਲਾਤ ਦਾ ਐਨਾਲਿਸਿਸ ਯਾਨੀ ਵਿਸ਼ਲੇਸ਼ਣ ਕੀਤਾ ਅਤੇ ਇਸ ਨਤੀਜੇ 'ਤੇ ਪਹੁੰਚਿਆ ਕਿ ਅਸਫਲਤਾ ਦਾ ਕਿਹੜਾ ਬੁਰਾ ਪੱਖ ਸੰਭਵ ਹੈ, ਭਾਵ ਕਿ ਇਸ ਅਸਫਲਤਾ ਕਰਕੇ ਬੁਰੇ ਤੋਂ ਬੁਰਾ ਕੀ ਹੋ ਸਕਦਾ ਹੈ। ਇਹ ਤਾਂ ਸਪਸ਼ਟ ਸੀ ਕਿ ਇਸ ਅਸਫਲਤਾ ਦੇ ਕਾਰਨ ਨਾ ਤਾਂ ਮੈਨੂੰ ਜੇਲ੍ਹ ਹੀ ਹੋ ਸਕਦੀ ਸੀ ਅਤੇ ਨਾ ਹੀ ਕਿਸੇ ਨੇ ਮੈਨੂੰ ਗੋਲੀ ਮਾਰ ਦੇਣੀ ਸੀ। ਇਹ ਜ਼ਰੂਰ ਹੋ ਸਕਦਾ ਸੀ ਕਿ ਮੈਨੂੰ ਉਸ ਕੰਮ ਤੋਂ ਸਸਪੈਂਡ ਕਰ ਦਿੱਤਾ ਜਾਂਦਾ। ਇਸ ਗੱਲ ਦੇ ਪੂਰੇ ਆਸਾਰ ਸਨ ਕਿ ਕੰਪਨੀ ਦੇ ਮਾਲਕਾਂ ਨੂੰ ਮਸ਼ੀਨਰੀ ਉੱਥੋਂ ਹਟਾਉਣੀ ਪੈਂਦੀ ਤੇ ਜਿਹੜੇ $20,000 ਉਸ ਵਿੱਚ ਲਗਾਏ ਸਨ ਉਸ ਦਾ ਨੁਕਸਾਨ ਉਠਾਉਣਾ ਪੈਂਦਾ। ਦੂਸਰੀ ਅਵਸਥਾ। ਬੁਰੇ ਤੋਂ ਬੁਰਾ ਕੀ ਹੋ ਸਕਦਾ ਹੈ, ਮੈਂ ਉਸ ਨੂੰ ਸਵੀਕਾਰ ਕਰਨ ਲਈ ਆਪਣੇ ਆਪ ਨੂੰ ਤਿਆਰ ਕੀਤਾ। ਮੈਂ ਆਪਣੇ ਆਪ ਨੂੰ ਕਿਹਾ, ਇਸ ਅਸਫਲਤਾ ਦੇ ਕਾਰਨ ਮੇਰਾ ਪਹਿਲਾ ਰਿਕਾਰਡ ਖਰਾਬ ਹੋਵੇਗਾ ਅਤੇ ਹੋ ਸਕਦਾ ਹੈ ਮੈਨੂੰ ਆਪਣੀ ਨੌਕਰੀ ਤੋਂ ਵੀ ਹੱਥ ਧੋਣੇ ਪੈਣ। ਜੇ ਅਜਿਹਾ ਹੋ ਜਾਵੇ ਤਾਂ ਨੌਕਰੀ ਤਾਂ ਮੈਨੂੰ ਹੋਰ ਥਾਂ ਵੀ ਮਿਲ ਸਕਦੀ ਹੈ ਜਾਂ ਫਿਰ ਸਿਚੁਏਸ਼ਨ ਹੋਰ ਵੀ ਕੰਪਲਿਕੇਟਡ ਹੋ ਸਕਦੀ ਹੈ। ਜਿੱਥੋਂ ਤੱਕ ਮੇਰੇ ਮਾਲਕਾਂ ਦਾ ਸਵਾਲ ਹੈ, ਉਹਨਾਂ ਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਅਸੀਂ ਗੈਸ ਸਾਫ਼ ਕਰਨ ਦੇ ਨਵੇਂ ਸਰਚ ਇੰਜਨ 'ਤੇ ਐਕਸਪੈਰੀਮੈਂਟ ਕਰ ਰਹੇ ਹਾਂ ਅਤੇ ਜੇਕਰ ਇਹ ਐਕਸਪੈਰੀਮੈਂਟ ਉਹਨਾਂ ਨੂੰ $20,000 'ਚ ਪੈ ਰਿਹਾ ਸੀ ਤਾਂ ਉਹ ਇਸ ਨੂੰ ਸਹਾਰ ਸਕਦੇ ਸਨ। ਉਹ ਉਸ ਪੈਸੇ ਨੂੰ ਐਕਸਪਲੋਰੇਸ਼ਨ ਜਾਂ ਖੋਜ ਦੇ ਨਾਂ 'ਤੇ ਖਰਚ ਕਰ ਸਕਦੇ ਹਨ, ਕਿਉਂਕਿ ਆਖਿਰ ਇਹ ਇੱਕ ਐਕਸਪੈਰੀਮੈਂਟ ਹੀ ਤਾਂ ਸੀ। ਜੋ ਵੀ ਬੁਰਾ ਹੋ ਸਕਦਾ ਸੀ ਉਹ ਸਾਰੇ ਪੱਖ ਜਾਣ ਲੈਣ ਤੋਂ ਬਾਅਦ ਅਤੇ ਉਹਨਾਂ ਨੂੰ ਜ਼ਰੂਰਤ ਅਨੁਸਾਰ ਸਵੀਕਾਰ ਕਰਨ ਦੇ ਨਤੀਜੇ ਵਜੋਂ ਇੱਕ ਬੇਹੱਦ ਮਹੱਤਵਪੂਰਨ ਤਬਦੀਲੀ ਇਹ ਹੋਈ ਕਿ ਮੈਂ ਇੱਕਦਮ ਹਲਕਾ ਮਹਿਸੂਸ ਕੀਤਾ। ਮੈਨੂੰ ਇੰਨੀ ਸ਼ਾਂਤੀ ਮਹਿਸੂਸ ਹੋਈ ਜੋ ਮੈਨੂੰ ਪਿਛਲੇ ਕਈ ਦਿਨਾਂ ਤੋਂ ਨਸੀਬ ਨਹੀਂ ਸੀ ਹੋਈ। ਤੀਸਰੀ ਅਵਸਥਾ। ਉਸ ਤੋਂ ਬਾਅਦ ਮੈਂ ਆਪਣਾ ਸਮਾਂ ਤੇ ਸ਼ਕਤੀ ਯਾਨੀ ਐਨਰਜੀ ਉਸ ਬੁਰੇ ਪੱਖ ਨੂੰ ਸੁਧਾਰਨ ਵਿੱਚ ਲਗਾ ਦਿੱਤੀ ਜਿਹੜਾ ਮੈਂ ਮਾਨਸਿਕ ਤੌਰ 'ਤੇ ਸਵੀਕਾਰ ਕਰ ਲਿਆ ਸੀ। ਹੁਣ ਮੈਂ ਉਹਨਾਂ ਤਰੀਕਿਆਂ 'ਤੇ ਵਿਚਾਰ ਕਰਨ ਦੀ ਕੋਸ਼ਿਸ਼ ਕੀਤੀ ਜਿਨ੍ਹਾਂ ਦੁਆਰਾ $20,000 ਦੇ ਐਸਟੀਮੇਟਡ ਲਾਸ ਵਿੱਚ ਕੁਝ ਕਮੀ ਕੀਤੀ ਜਾ ਸਕੇ। ਮੈਂ ਕਈ ਤਜਰਬੇ ਕੀਤੇ। ਅਖੀਰ ਮੈਂ ਇਸ ਨਤੀਜੇ 'ਤੇ ਪੁੱਜਿਆ ਕਿ ਜੇਕਰ ਅਸੀਂ ਕੁਝ ਹੋਰ ਯੰਤਰਾਂ ਲਈ $5,000 ਹੋਰ ਖਰਚ ਕਰ ਦਈਏ ਤਾਂ ਸਾਡੀਆਂ ਸਮੱਸਿਆਵਾਂ ਦਾ ਹੱਲ ਨਿਕਲ ਆਵੇਗਾ। ਅਸੀਂ ਇਸ ਤਰ੍ਹਾਂ ਹੀ ਕੀਤਾ। ਇਸ ਨਾਲ ਕੰਪਨੀ ਨੂੰ $20,000 ਦੇ ਨੁਕਸਾਨ ਦੀ ਬਜਾਏ $15,000 ਦਾ ਪ੍ਰੋਫਿਟ ਹੋਇਆ। ਜੇਕਰ ਮੈਂ ਚਿੰਤਾ ਵਿੱਚ ਹੀ ਉਲਝਿਆ ਰਹਿੰਦਾ ਤਾਂ ਇੰਨਾ ਕੁਝ ਬਿਹਤਰ ਕਦੇ ਨਾ ਕਰ ਪਾਉਂਦਾ, ਕਿਉਂਕਿ ਚਿੰਤਾ ਜਾਂ ਸਟ੍ਰੈਸ ਸਾਡੀ ਇਕਾਗਰਤਾ ਯਾਨੀ ਕਨਸੈਂਟਰੇਸ਼ਨ ਨੂੰ ਨਸ਼ਟ ਕਰ ਦਿੰਦੀ ਹੈ। ਜਦੋਂ ਅਸੀਂ ਚਿੰਤਿਤ ਰਹਿੰਦੇ ਹਾਂ
ਤਾਂ ਸਾਡੇ ਵਿਚਾਰ ਭਟਕਦੇ ਰਹਿੰਦੇ ਹਨ ਤੇ ਇਸ ਡਿਸਟਰੈਕਸ਼ਨ ਦੇ ਕਾਰਨ ਅਸੀਂ ਫੈਸਲਾ ਲੈਣ ਦੀ ਸ਼ਕਤੀ ਯਾਨੀ ਪਾਵਰ ਆਫ ਡਿਸੀਜਨ ਮੇਕਿੰਗ ਤੋਂ ਹੱਥ ਧੋ ਬੈਠਦੇ ਹਾਂ। ਅਸੀਂ ਅਕਸਰ ਦੇਖਦੇ ਹਾਂ ਕਿ ਚਿੰਤਾ, ਸਟ੍ਰੈਸ ਜਾਂ ਡਿਪਰੈਸ਼ਨ ਦੇ ਸ਼ਿਕਾਰ ਲੋਕ ਆਪਣਾ ਮਾਨਸਿਕ ਤਵਾਜ਼ਨ ਜਾਂ ਸੈਲਫ ਕੰਟਰੋਲ ਵੀ ਖੋ ਬੈਠਦੇ ਹਨ। ਜੋ ਵੀ ਹੋਵੇ, ਜਦੋਂ ਅਸੀਂ ਆਪਣੇ ਆਪ ਨੂੰ ਬੁਰੇ ਪੱਖ ਨੂੰ ਯਾਨੀ ਕਿ ਕਿਸੇ ਬੁਰੀ ਪ੍ਰਸਥਿਤੀ ਵਿੱਚ ਸਾਡੇ ਨਾਲ ਵੱਧ ਤੋਂ ਵੱਧ ਕੀ ਬੁਰਾ ਹੋ ਸਕਦਾ ਹੈ ਨੂੰ ਸਵੀਕਾਰ ਕਰ ਲੈਂਦੇ ਹਾਂ, ਅਸੀਂ ਸਾਰੀਆਂ ਊਟ-ਪਟਾਂਗ ਅਤੇ ਬੇਤੁਕੀਆਂ ਕਲਪਨਾਵਾਂ ਨੂੰ ਦੂਰ ਕਰਕੇ ਅਜਿਹੇ ਹਾਲਾਤ ਪੈਦਾ ਕਰ ਲੈਂਦੇ ਹਾਂ ਜਿਸ ਵਿੱਚ ਰਹਿ ਕੇ ਆਪਣੀਆਂ ਸਮੱਸਿਆਵਾਂ ਉੱਤੇ ਪੂਰੀ ਤਰ੍ਹਾਂ ਆਪਣਾ ਧਿਆਨ ਕੇਂਦਰਿਤ ਕਰ ਸਕੀਏ ਅਤੇ ਆਪਣੀ ਇਸ ਕਨਸੈਂਟਰੇਟਿਡ એનર્ਜੀ ਨਾਲ ਅਸੀਂ ਬੈਟਰ ਰਿਜ਼ਲਟ ਪ੍ਰਾਪਤ ਕਰ ਸਕਦੇ ਹਾਂ। ਉੱਪਰ ਦੱਸੀ ਗਈ ਘਟਨਾ ਕਈ ਸਾਲ ਪਹਿਲਾਂ ਘਟੀ ਸੀ, ਪਰ ਬੁਰਾ ਪੱਖ ਸਵੀਕਾਰ ਕਰਨ ਦੀ ਜੁਗਤ ਇੰਨੀ ਕਾਰਗਰ ਸਾਬਤ ਹੋਈ ਕਿ ਉਦੋਂ ਤੋਂ ਲਗਾਤਾਰ ਮੈਂ ਇਸ ਨੂੰ ਵਰਤਦਾ ਆ ਰਿਹਾ ਹਾਂ ਅਤੇ ਇਸ ਦੇ ਨਤੀਜੇ ਵਜੋਂ ਮੈਂ ਜੀਵਨ ਵਿੱਚ ਬਿਲਕੁਲ ਚਿੰਤਾ ਮੁਕਤ ਜਾਂ ਟੈਨਸ਼ਨ ਫ੍ਰੀ ਹੋ ਗਿਆ ਹਾਂ। ਹੁਣ ਪ੍ਰਸ਼ਨ ਇਹ ਹੈ ਕਿ ਵਿਲਿਸ ਐਚ ਕੈਰੀਅਰ ਦਾ ਇਹ ਫਾਰਮੂਲਾ ਸਾਈਕੋਲੋਜੀਕਲੀ ਇੰਨਾ ਵੈਲਿਊਏਬਲ ਤੇ ਕਾਰਗਰ ਕਿਵੇਂ ਹੈ? ਇਸ ਦਾ ਕਾਰਨ ਇਹ ਹੈ ਕਿ ਜਦੋਂ ਅਸੀਂ ਚਿੰਤਾ ਦੇ ਵੱਸ ਹੋ ਕੇ ਉਲਝਣਾਂ ਦੀ ਸੰਘਣੀ ਧੁੰਦ ਵਿੱਚ ਘਬਰਾਉਣ ਲੱਗਦੇ ਹਾਂ, ਉਦੋਂ ਇਹ ਫਾਰਮੂਲਾ ਇੱਕ ਤੇਜ਼ ਝਟਕੇ ਨਾਲ ਸਾਨੂੰ ਉਸ ਧੁੰਦ ਵਿੱਚੋਂ ਬਾਹਰ ਕੱਢ ਲਿਆਉਂਦਾ ਹੈ। ਇਹ ਸਾਡੇ ਕਦਮਾਂ ਨੂੰ ਦ੍ਰਿੜਤਾ ਨਾਲ ਧਰਤੀ ਤੇ ਜਮਾ ਦਿੰਦਾ ਹੈ। ਸਾਡੇ ਭਟਕਦੇ ਹੋਏ ਅਤੇ ਚਿੰਤਿਤ ਮਨ ਨੂੰ ਹਾਲਾਤ ਦਾ ਗਿਆਨ ਹੋ ਜਾਂਦਾ ਹੈ। ਜੇਕਰ ਸਾਡੇ ਕਦਮਾਂ ਹੇਠਾਂ ਸੋਲਿਡ ਜ਼ਮੀਨ ਨਾ ਹੋਵੇ ਤਾਂ ਅਸੀਂ ਕਾਮਯਾਬੀ ਦੀ ਉਮੀਦ ਕਰ ਵੀ ਕਿਵੇਂ ਸਕਦੇ ਹਾਂ? ਵਿਹਾਰਿਕ ਮਨੋਵਿਗਿਆਨ ਦੇ ਜਨਮਦਾਤਾ ਪ੍ਰੋਫੈਸਰ ਵਿਲੀਅਮ ਜੇਮਸ ਦੀ ਕਈ ਸਾਲ ਪਹਿਲਾਂ ਡੈਥ ਹੋ ਗਈ ਹੈ, ਪਰ ਜੇਕਰ ਉਹ ਜਿੰਦਾ ਹੁੰਦੇ ਅਤੇ ਬੁਰੇ ਪੱਖ ਨੂੰ ਸਵੀਕਾਰ ਕਰੋ ਫਾਰਮੂਲੇ ਦੇ ਵਿਸ਼ੇ ਵਿੱਚ ਸੁਣਦੇ ਤਾਂ ਜ਼ਰੂਰ ਹੀ ਇਸ ਦਾ ਵੈਲਕਮ ਕਰਦੇ। ਮੇਰੇ ਇਸ ਕਨਸੈਪਟ ਦਾ ਬੇਸ ਉਹਨਾਂ ਦੀ ਸਟੇਟਮੈਂਟ ਹੈ। ਉਹਨਾਂ ਨੇ ਆਪਣੇ ਸਟੂਡੈਂਟਸ ਨੂੰ ਕਿਹਾ ਸੀ, ਆਪਣੀ ਸਥਿਤੀ ਨੂੰ ਜੋ ਹੈ ਜਿਵੇਂ ਹੈ ਉਸ ਨੂੰ ਉਹੋ ਜਿਹੀ ਸਵੈ ਇੱਛਾ ਨਾਲ ਸਵੀਕਾਰ ਕਰ ਲਵੋ, ਕਿਉਂਕਿ ਹੋਣੀ ਨੂੰ ਸਵੀਕਾਰ ਕਰ ਲੈਣਾ ਬੈਡ ਲੱਕ ਦੇ ਕਿਸੇ ਵੀ ਨਤੀਜੇ ਤੇ ਜਿੱਤ ਪਾਉਣ ਦਾ ਪਹਿਲਾ ਕਦਮ ਹੈ। ਚੀਨੀ ਫਿਲਾਸਫਰ ਲਿਨ ਯੂਟਾਂਗ ਨੇ ਆਪਣੀ ਪਪੂਲਰ ਕਿਤਾਬ ਇੰਪੋਰਟੈਂਸ ਆਫ ਲਿਵਿੰਗ ਯਾਨੀ ਜਿਉਣ ਦਾ ਮਹੱਤਵ ਵਿੱਚ ਇਹਨਾਂ ਭਾਵਾਂ ਨੂੰ ਉਜਾਗਰ ਕੀਤਾ ਸੀ। ਉਸ ਦਾ ਵਿਚਾਰ ਸੀ ਕਿ ਬੁਰੇ ਪੱਖ ਨੂੰ ਸਵੀਕਾਰ ਕਰ ਲੈਣ ਨਾਲ ਮਨ ਨੂੰ ਸੱਚੀ ਸ਼ਾਂਤੀ ਪ੍ਰਾਪਤ ਹੁੰਦੀ ਹੈ। ਮੇਰਾ ਵੀ ਇਹੀ ਮੰਨਣਾ ਹੈ। ਐਂਥਰੋਪੋਲੋਜੀ ਯਾਨੀ ਮਾਨਵ ਵਿਗਿਆਨ ਦੇ ਅਕੋਰਡਿੰਗ ਇਸ ਦਾ ਮਤਲਬ ਇੱਕ ਨਵੀਂ ਸ਼ਕਤੀ ਦਾ ਸੰਚਾਰ ਹੈ। ਇੱਕ ਵਾਰ ਬੁਰੇ ਪੱਖ ਨੂੰ ਸਵੀਕਾਰ ਕਰ ਲੈਣ ਤੋਂ ਬਾਅਦ ਗੁਆਚਣ ਦੇ ਲਈ ਬਹੁਤਾ ਕੁਝ ਨਹੀਂ ਰਹਿ ਜਾਂਦਾ। ਇਸ ਲਈ ਸਪਸ਼ਟ ਹੈ ਕਿ ਇਸ ਨਾਲ ਸਾਨੂੰ ਲਾਭ ਹੀ ਲਾਭ ਹੈ। ਵਿਲਿਸ ਐਚ ਕੈਰੀਅਰ ਨੇ ਦੱਸਿਆ ਕਿ ਬੁਰੇ ਪੱਖ ਨੂੰ ਸਵੀਕਾਰ ਕਰ ਲੈਣ ਤੋਂ ਬਾਅਦ ਮੇਰਾ ਮਨ ਬਿਲਕੁਲ ਤੰਦਰੁਸਤ ਹੋ ਗਿਆ ਅਤੇ ਮੈਨੂੰ ਇੱਕ ਪ੍ਰਕਾਰ ਸ਼ਾਂਤੀ ਮਹਿਸੂਸ ਹੋਣ ਲੱਗੀ ਜੋ ਪਿਛਲੇ ਕੁਝ ਦਿਨਾਂ ਤੋਂ ਨਹੀਂ ਹੋਈ ਸੀ। ਉਸ ਤੋਂ ਬਾਅਦ ਮੈਂ ਕਿਸੇ ਵੀ ਵਿਸ਼ੇ ਤੇ ਡੂੰਘਾਈ ਨਾਲ ਸੋਚਣ ਦੇ ਯੋਗ ਹੋ ਗਿਆ। ਇਹ ਗੱਲ ਕਿੰਨੀ ਜ਼ਰੂਰੀ ਹੈ। ਫਿਰ ਵੀ ਹਜ਼ਾਰਾਂ ਵਿਅਕਤੀਆਂ ਨੇ ਬੁਰੇ ਪੱਖ ਨੂੰ ਸਵੀਕਾਰ ਨਾ ਕਰਕੇ ਉਸ ਵਿੱਚ ਸੁਧਾਰ ਦਾ ਯਤਨ ਕੀਤੇ ਬਿਨਾਂ ਜੋ ਕੁਝ ਬਚ ਰਿਹਾ ਉਸ ਨੂੰ ਵੀ ਠੁਕਰਾ ਕੇ ਇਸ ਵੱਡੀ ਉਥਲ-ਪੁਥਲ ਦੇ ਸਾਹਮਣੇ ਹਥਿਆਰ ਸੁੱਟ ਦਿੱਤੇ ਅਤੇ ਆਪਣੇ ਆਪ ਨੂੰ ਤੋੜ ਕੇ ਰੱਖ ਦਿੱਤਾ। ਆਪਣੀਆਂ ਫੀਲਿੰਗਸ ਨੂੰ ਰੀਕਨਸਟਰਕਟ ਕੀਤੇ ਬਿਨਾਂ ਭਾਵ ਆਪਣੇ ਮਨ ਦੇ ਭਾਵਾਂ ਦਾ ਪੁਨਰ ਨਿਰਮਾਣ ਕਰਨ ਦੀ ਬਜਾਏ ਉਹ ਅਨੁਭਵ ਦੇ ਨਾਲ ਕੌੜੇ ਅਤੇ ਭਿਆਨਕ ਸੰਘਰਸ਼ ਕਰਨ ਵਿੱਚ ਜੁਟ ਗਏ ਅਤੇ ਅੰਤ ਵਿੱਚ ਡਿਪਰੈਸ਼ਨ ਅਤੇ ਹੀਨ ਭਾਵਨਾ ਦਾ ਸ਼ਿਕਾਰ ਬਣ ਬੈਠੇ। ਕੀ ਤੁਸੀਂ ਇਹ ਜਾਣਨਾ ਚਾਹੋਗੇ ਕਿ ਵਿਲਿਸ ਐਚ ਕੈਰੀਅਰ ਦੇ ਉਸ ਜਾਦੂਈ ਫਾਰਮੂਲੇ ਨੂੰ ਕਿਸ ਨੇ ਅਪਣਾਇਆ ਅਤੇ ਕਿਸ ਨੇ ਉਸ ਨੂੰ ਆਪਣੀਆਂ ਸਮੱਸਿਆਵਾਂ ਉੱਤੇ ਲਾਗੂ ਕੀਤਾ? ਇਸ ਫਾਰਮੂਲੇ ਨੂੰ ਅਪਲਾਈ ਕਰਕੇ ਮੇਰੇ ਇੱਕ ਸਟੂਡੈਂਟ ਨੇ ਆਪਣੀ ਪ੍ਰੋਬਲਮ ਕਿਵੇਂ ਸੋਲਵ ਕੀਤੀ, ਉਸ ਦੇ ਹੀ ਸ਼ਬਦਾਂ ਵਿੱਚ। ਨਿਊਯਾਰਕ ਵਿੱਚ ਤੇਲ ਦਾ ਵਪਾਰ ਕਰਨ ਵਾਲਾ ਇਹ ਵਿਅਕਤੀ ਮੇਰੀ ਕਲਾਸ ਦਾ ਵਿਦਿਆਰਥੀ ਸੀ। ਉਸਨੇ ਆਪਣੀ ਕਹਾਣੀ ਇਸ ਤਰ੍ਹਾਂ ਆਰੰਭ ਕੀਤੀ। ਮੈਨੂੰ ਠੱਗਿਆ ਜਾ ਰਿਹਾ ਸੀ। ਮੈਨੂੰ ਡਰਾ ਕੇ ਬਲੈਕਮੇਲ ਕਰਕੇ ਮੇਰੇ ਕੋਲੋਂ ਪੈਸੇ ਵਸੂਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਮੈਨੂੰ ਯਕੀਨ ਨਹੀਂ ਹੋਇਆ ਕਿ ਇਹੋ ਜਿਹੀਆਂ ਗੱਲਾਂ ਅਸੀਂ ਸਿਨੇਮੇ ਦੇ ਪਰਦੇ ਤੋਂ ਬਿਨਾਂ ਕਿਤੇ ਹੋਰ ਵੀ ਦੇਖ ਸਕਦੇ ਹਾਂ। ਮੈਂ ਕਦੀ ਇਮੇਜਿਨ ਤੱਕ ਨਹੀਂ ਸੀ ਕੀਤਾ, ਪਰ ਸੱਚਮੁੱਚ ਹੀ ਮੈਨੂੰ ਲੁੱਟਿਆ ਜਾ ਰਿਹਾ ਸੀ। ਉਹ ਸਭ ਕਿਵੇਂ ਹੋਇਆ ਸੁਣੋ। ਜਿਸ ਆਇਲ ਕੰਪਨੀ ਦਾ ਮੈਂ ਆਫੀਸਰ ਸੀ, ਉਸ ਦੇ ਤੇਲ ਢੋਣ ਵਾਲੇ ਕਈ ਟਰੱਕ ਅਤੇ ਡਰਾਈਵਰ ਸਨ। ਯੁੱਧ ਦੇ ਕਾਰਨ ਤੇਲ ਦਾ ਵੀ ਰਾਸ਼ਨ ਹੋ ਗਿਆ ਸੀ ਅਤੇ ਸਾਡੀ ਕੰਪਨੀ ਆਪਣੇ ਗਾਹਕਾਂ ਨੂੰ ਮਿੱਥੀ ਹੋਈ ਮਾਤਰਾ 'ਚ ਹੀ ਤੇਲ ਦੇ ਸਕਦੀ ਸੀ। ਸਾਡੇ ਕੁਝ ਡਰਾਈਵਰ ਬੱਝੇ ਹੋਏ ਗਾਹਕਾਂ ਨੂੰ ਘੱਟ ਤੇਲ ਦਿੰਦੇ ਸਨ ਅਤੇ ਉਹ ਤੇਲ ਬਚਾ ਕੇ ਆਪਣੇ ਨਵੇਂ ਗਾਹਕਾਂ ਨੂੰ ਵੇਚ ਦਿੰਦੇ ਸਨ। ਮੈਨੂੰ ਇਸ ਗੱਲ ਦਾ ਬਿਲਕੁਲ ਪਤਾ ਨਹੀਂ ਸੀ। ਮੈਨੂੰ ਇਸ ਇਲੀਗਲ ਯਾਨੀ ਗੈਰ ਕਾਨੂੰਨੀ ਸੌਦੇ ਬਾਰੇ ਉਦੋਂ ਪਤਾ ਲੱਗਿਆ ਜਦੋਂ ਇੱਕ ਬੰਦਾ ਸਰਕਾਰੀ ਇੰਸਪੈਕਟਰ ਦੇ ਰੂਪ ਵਿੱਚ ਮੇਰੇ ਕੋਲ ਆਇਆ ਅਤੇ ਉਸਨੇ ਮੈਥੋਂ ਰਿਸ਼ਵਤ ਦੀ ਮੰਗ ਕੀਤੀ। ਸਾਡੇ ਡਰਾਈਵਰਾਂ ਦੇ ਲਿਖਤੀ ਸਬੂਤ ਉਸ ਬੰਦੇ ਕੋਲ ਮੌਜੂਦ ਸਨ। ਉਸਨੇ ਮੈਨੂੰ ਧਮਕੀ ਦਿੱਤੀ ਕਿ ਜੇਕਰ ਮੈਂ ਉਸਨੂੰ ਰਿਸ਼ਵਤ ਨਾ ਦਿੱਤੀ ਤਾਂ ਉਹਨਾਂ ਸਬੂਤਾਂ ਨੂੰ ਜ਼ਿਲ੍ਹਾ ਅਟਾਰਨੀ ਦੇ ਸਾਹਮਣੇ ਪੇਸ਼ ਕਰ ਦੇਵੇਗਾ। ਮੈਂ ਜਾਣਦਾ ਸੀ ਕਿ ਪਰਸਨਲ ਤੌਰ ਤੇ ਇਸ ਵਿਸ਼ੇ ਤੇ ਚਿੰਤਾ ਕਰਨ ਦੀ ਮੈਨੂੰ ਕੋਈ ਲੋੜ ਨਹੀਂ ਹੈ।
ਪਰ ਮੈਂ ਇਹ ਵੀ ਜਾਣਦਾ ਸੀ ਕਿ ਕਿਸੇ ਕੰਪਨੀ ਦੇ ਕਰਮਚਾਰੀਆਂ ਦੇ ਕੰਮ ਲਈ ਕੰਪਨੀ ਜ਼ਿੰਮੇਵਾਰ ਹੁੰਦੀ ਹੈ। ਇਸ ਤੋਂ ਇਲਾਵਾ ਮੈਨੂੰ ਇਹ ਵੀ ਪਤਾ ਸੀ ਕਿ ਜੇਕਰ ਇਹ ਮਾਮਲਾ ਕੋਰਟ ਤੱਕ ਗਿਆ ਅਤੇ ਉਸ ਦੀ ਚਰਚਾ ਅਖਬਾਰ ਜਾਂ ਮੀਡੀਆ ਤੇ ਚੱਲੀ ਤਾਂ ਕੰਪਨੀ ਦਾ ਨਾਮ ਖਰਾਬ ਹੋ ਜਾਂਦਾ ਅਤੇ ਇਸ ਨਾਲ ਮੇਰਾ ਕਾਰੋਬਾਰ ਵੀ ਬਰਬਾਦ ਹੋ ਜਾਵੇਗਾ। ਆਪਣੇ ਡੈਡੀ ਦੁਆਰਾ 24 ਸਾਲ ਪਹਿਲਾਂ ਐਸਟੈਬਲਿਸ਼ ਕੀਤੇ ਇਸ ਬਿਜ਼ਨਸ ਤੇ ਮੈਨੂੰ ਬੜਾ ਮਾਣ ਸੀ। ਇਸ ਚਿੰਤਾ ਦੇ ਕਾਰਨ ਮੈਂ ਬਿਮਾਰ ਪੈ ਗਿਆ। 3 ਦਿਨ ਨਾ ਹੀ ਮੈਂ ਕੁਝ ਖਾਧਾ ਪੀਤਾ ਅਤੇ ਨਾ ਹੀ ਮੈਂ ਸੌਂ ਸਕਿਆ। ਮੈਨੂੰ ਕੁਝ ਸਮਝ ਨਹੀਂ ਸੀ ਆ ਰਿਹਾ। ਮੈਂ ਇਸ ਉਲਝਣ ਵਿੱਚ ਸੀ ਕਿ $5000 ਰਿਸ਼ਵਤ ਦੇ ਰੂਪ ਵਿੱਚ ਉਸ ਵਿਅਕਤੀ ਨੂੰ ਦੇ ਦਿਆਂ ਜਾਂ ਫਿਰ ਉਸ ਨੂੰ ਕਹਿ ਦੇਵਾਂ ਕਿ ਉਹ ਜੋ ਕੁਝ ਕਰਨਾ ਚਾਹੁੰਦਾ ਹੈ ਉਹ ਕਰ ਲਵੇ। ਇਸੇ ਦੁਬਿਧਾ ਵਿੱਚ ਮੈਂ ਚੱਕਰ ਕੱਟਦਾ ਰਿਹਾ, ਪਰ ਮੈਂ ਕਿਸੇ ਫੈਸਲੇ ਤੇ ਨਾ ਪਹੁੰਚ ਸਕਿਆ। ਫਿਰ ਐਤਵਾਰ ਦੀ ਰਾਤ ਨੂੰ ਮੈਂ ਡੇਲ ਕਾਰਨੇਗੀ ਦੀ ਚਿੰਤਾ ਛੱਡੋ ਨਾਂ ਦੀ ਕਿਤਾਬ ਪੜ੍ਹੀ। ਪੜ੍ਹਦੇ ਵਿਲਿਸ ਐਚ ਕੈਰੀਅਰ ਦੀ ਕਹਾਣੀ ਸਾਹਮਣੇ ਆਈ, ਜਿਸ ਵਿੱਚ ਲਿਖਿਆ ਸੀ ਕਿ ਬੁਰੇ ਪੱਖ ਦਾ ਸਾਹਮਣਾ ਕਰੋ। ਫਿਰ ਮੈਂ ਉਸ ਦੇ ਸੋਲਵਿੰਗ ਵਰਿੰਗ ਸਿਚੁਏਸ਼ਨਸ ਦੇ ਮੈਜੀਕਲ ਫਾਰਮੂਲੇ ਦੇ ਅਕੋਰਡਿੰਗ ਕੰਮ ਕਰਨਾ ਸ਼ੁਰੂ ਕੀਤਾ। ਮੈਂ ਸੋਚਿਆ, ਮੇਰੇ ਰਿਸ਼ਵਤ ਨਾ ਦੇਣ ਦੇ ਕਾਰਨ ਜੇ ਉਹ ਇੰਸਪੈਕਟਰ ਕੁਝ ਲਿਖਤੀ ਸਬੂਤ ਡਿਸਟ੍ਰਿਕਟ ਅਟਾਰਨੀ ਨੂੰ ਦੇ ਵੀ ਦੇਵੇ ਤਾਂ ਕੀ ਹੋਵੇਗਾ? ਜਵਾਬ ਸਪਸ਼ਟ ਸੀ। ਬੁਰੇ ਤੋਂ ਬੁਰਾ ਇਹੀ ਹੋਵੇਗਾ ਕਿ ਮੇਰਾ ਬਿਜ਼ਨਸ ਬਰਬਾਦ ਹੋ ਜਾਵੇਗਾ। ਜੇਲ੍ਹ ਮੈਨੂੰ ਹੋ ਨਹੀਂ ਸੀ ਸਕਦੀ। ਉਦੋਂ ਮੈਂ ਮਨ ਹੀ ਮਨ ਸੋਚਿਆ ਕਿ ਬਿਜ਼ਨਸ ਹੀ ਬਰਬਾਦ ਹੋਵੇਗਾ, ਹੋਰ ਕੀ ਹੋਵੇਗਾ। ਮੈਨੂੰ ਨੌਕਰੀ ਲੱਭਣੀ ਪਵੇਗੀ। ਤਾਂ ਕੀ ਹੋਇਆ? ਨੌਕਰੀ ਕਰਨੀ ਕੋਈ ਬੁਰੀ ਗੱਲ ਤਾਂ ਨਹੀਂ ਹੈ। ਆਇਲ ਬਿਜ਼ਨਸ ਸੰਬੰਧੀ ਮੇਰੇ ਐਕਸਪੀਰੀਅੰਸ ਦੇ ਆਧਾਰ ਤੇ ਕਈ ਕੰਪਨੀਆਂ ਮੈਨੂੰ ਖੁਸ਼ੀ-ਖੁਸ਼ੀ ਆਪਣੇ ਕੋਲ ਨੌਕਰੀ ਤੇ ਰੱਖ ਲੈਣਗੀਆਂ। ਇਸ ਵਿਚਾਰ ਨਾਲ ਮੈਨੂੰ ਰਾਹਤ ਮਿਲੀ। 3 ਰਾਤਾਂ ਤੱਕ ਉਲਝਣ ਦੀ ਜਿਸ ਧੁੰਦ ਵਿੱਚ ਮੈਂ ਘਿਰਿਆ ਰਿਹਾ, ਹੁਣ ਉਹ ਛੱਟਣ ਲੱਗੀ। ਮੇਰੀ ਬੇਤਰਤੀਬੀ ਘਟਣ ਲੱਗੀ। ਮੇਰਾ ਮਨ ਸ਼ਾਂਤ ਹੋ ਗਿਆ ਅਤੇ ਮੈਂ ਸਪਸ਼ਟ ਰੂਪ ਵਿੱਚ ਸੋਚਣ ਵਿਚਾਰਨ ਦੇ ਯੋਗ ਹੋ ਗਿਆ। ਬੁਰੇ ਪੱਖ ਨੂੰ ਸੁਧਾਰੋ। ਇਸ ਤੀਸਰੀ ਅਵਸਥਾ ਦਾ ਸਾਹਮਣਾ ਕਰਨ ਲਈ ਮੇਰਾ ਦਿਮਾਗ ਹੁਣ ਪੂਰੀ ਤਰ੍ਹਾਂ ਤੰਦਰੁਸਤ ਹੋ ਗਿਆ ਸੀ। ਇਸ ਲਈ ਜਿਵੇਂ ਹੀ ਮੈਂ ਇਸ ਸਮੱਸਿਆ ਦੇ ਹੱਲ ਬਾਰੇ ਸੋਚਿਆ ਤਾਂ ਇੱਕ ਬਿਲਕੁਲ ਨਵਾਂ ਦ੍ਰਿਸ਼ਟੀਕੋਣ ਮੇਰੇ ਸਾਹਮਣੇ ਆਇਆ। ਮੈਂ ਸੋਚਿਆ ਕਿ ਜੇ ਮੈਂ ਆਪਣੇ ਵਕੀਲ ਨੂੰ ਸਾਰੀ ਗੱਲ ਦੱਸ ਦੇਵਾਂ ਤਾਂ ਹੋ ਸਕਦਾ ਹੈ ਕਿ ਉਹ ਮੈਨੂੰ ਕੋਈ ਇਹੋ ਜਿਹਾ ਤਰੀਕਾ ਦੱਸ ਦੇਵੇ ਜਿਹੜਾ ਅਜੇ ਤੱਕ ਮੇਰੇ ਦਿਮਾਗ ਵਿੱਚ ਨਾ ਆਇਆ ਹੋਵੇ। ਇਹ ਕਹਿਣਾ ਮੂਰਖਤਾ ਹੋਵੇਗੀ ਕਿ ਇਹ ਗੱਲ ਪਹਿਲਾਂ ਮੇਰੇ ਦਿਮਾਗ ਵਿੱਚ ਆਈ ਸੀ, ਪਰ ਚਿੰਤਾਗ੍ਰਸਤ ਰਹਿਣ ਕਾਰਨ ਮੈਂ ਇਸ ਤੇ ਵਿਚਾਰ ਨਹੀਂ ਕਰ ਪਾਇਆ ਸੀ। ਮੈਂ ਉਸ ਸਮੇਂ ਇਹ ਫੈਸਲਾ ਕੀਤਾ ਕਿ ਸਵੇਰੇ ਉੱਠਦੇ ਹੀ ਮੈਂ ਪਹਿਲਾ ਕੰਮ ਵਕੀਲ ਨੂੰ ਮਿਲਣ ਦਾ ਕਰਾਂਗਾ ਅਤੇ ਇਸ ਤਰ੍ਹਾਂ ਮੈਂ ਨਿਸ਼ਚਿੰਤ ਹੋ ਕੇ ਸੌਂ ਗਿਆ। ਅਖੀਰ ਵਿੱਚ ਕੀ ਹੋਇਆ ਇਹ ਕਿ ਅਗਲੀ ਸਵੇਰ ਜਦੋਂ ਮੈਂ ਆਪਣੇ ਵਕੀਲ ਨੂੰ ਮਿਲਿਆ ਤਾਂ ਉਸਨੇ ਮੈਨੂੰ ਸਲਾਹ ਦਿੱਤੀ ਕਿ ਮੈਂ ਸਾਰੀ ਗੱਲ ਡਿਸਟ੍ਰਿਕਟ ਅਟਾਰਨੀ ਨੂੰ ਦੱਸ ਦੇਵਾਂ। ਮੈਂ ਠੀਕ ਉਸੇ ਤਰ੍ਹਾਂ ਹੀ ਕੀਤਾ। ਮੈਂ ਸੁਣ ਕੇ ਹੈਰਾਨ ਰਹਿ ਗਿਆ ਜਦੋਂ ਡਿਸਟ੍ਰਿਕਟ ਅਟਾਰਨੀ ਨੇ ਮੈਨੂੰ ਇਹ ਗੱਲ ਦੱਸੀ ਕਿ ਠੱਗੀ ਦਾ ਇਹ ਸਿਲਸਿਲਾ ਪਿਛਲੇ ਕਈ ਮਹੀਨਿਆਂ ਤੋਂ ਚੱਲ ਰਿਹਾ ਸੀ ਅਤੇ ਜੋ ਆਦਮੀ ਸਰਕਾਰੀ ਇੰਸਪੈਕਟਰ ਦੇ ਰੂਪ ਵਿੱਚ ਮੇਰੇ ਕੋਲ ਰਿਸ਼ਵਤ ਲੈਣ ਆਇਆ ਸੀ ਉਹ ਇੱਕ ਠੱਗ ਸੀ ਜਿਸ ਦੀ ਪੁਲਿਸ ਨੂੰ ਤਲਾਸ਼ ਹੈ। ਠੱਗੀ ਦਾ ਬਿਜ਼ਨਸ ਕਰਨ ਵਾਲੇ ਉਸ ਬਦਮਾਸ਼ ਨੂੰ $5000 ਨਾ ਦੇਣ ਦੀ ਇਸ ਦੁਬਿਧਾ ਵਿੱਚ 3 ਰਾਤਾਂ ਅਤੇ 3 ਦਿਨਾਂ ਦਾ ਸੰਤਾਪ ਭੋਗਣ ਤੋਂ ਬਾਅਦ ਇਹ ਸੁਣ ਕੇ ਮੈਨੂੰ ਕਿੰਨੀ ਖੁਸ਼ੀ ਹੋਈ ਇਹ ਮੈਂ ਹੀ ਜਾਣਦਾ ਹਾਂ। ਇਸ ਤਜਰਬੇ ਨੇ ਮੈਨੂੰ ਹਮੇਸ਼ਾ ਲਈ ਇੱਕ ਸਬਕ ਸਿਖਾ ਦਿੱਤਾ, ਕਿਉਂਕਿ ਹੁਣ ਜਦੋਂ ਪਰੇਸ਼ਾਨ ਕਰ ਦੇਣ ਵਾਲੀ ਕੋਈ ਮੇਜਰ ਪ੍ਰੋਬਲਮ ਮੇਰੇ ਸਿਰ ਤੇ ਆ ਪੈਂਦੀ ਹੈ ਤਾਂ ਮੈਂ ਵਿਲਿਸ ਐਚ ਕੈਰੀਅਰ ਦੇ ਇਸ ਫਾਰਮੂਲੇ ਦਾ ਸਹਾਰਾ ਲੈ ਲੈਂਦਾ ਹਾਂ। ਜਦੋਂ ਮਿਸੌਰੀ ਦੇ ਕ੍ਰਿਸਟਲ ਸ਼ਹਿਰ ਵਿੱਚ ਗੈਸ ਸੋਧਕ ਯੰਤਰ ਦੀ ਸਥਾਪਨਾ ਕਰਨ ਲਈ ਵਿਲਿਸ ਐਚ ਕੈਰੀਅਰ ਪਰੇਸ਼ਾਨ ਸੀ, ਉਦੋਂ ਮਿਸੌਰੀ ਵਿਚਲੇ ਕ੍ਰਿਸਟਲ ਸ਼ਹਿਰ ਦੇ ਹੀ ਬ੍ਰੋਕਨਬੋ ਨੇਬਰਾਸਕਾ ਦਾ ਇੱਕ ਨਿਵਾਸੀ ਆਪਣੀ ਵਸੀਅਤ ਲਿਖਣ ਵਿੱਚ ਲੱਗਾ ਹੋਇਆ ਸੀ। ਉਹ ਵਿਅਕਤੀ ਸੀ ਅਰਲ ਪੀ ਹੇਨੇ। ਉਹ ਸਮਾਲ ਇੰਟੈਸਟਾਈਨ ਯਾਨੀ ਛੋਟੀ ਆਂਤ ਦੀ ਬਿਮਾਰੀ ਨਾਲ ਪੀੜਤ ਸੀ। ਇੱਕ ਪੇਟ ਰੋਗਾਂ ਦੇ ਐਕਸਪਰਟ ਨੇ ਅਤੇ 2 ਹੋਰ ਡਾਕਟਰਾਂ ਨੇ ਇਸ ਰੋਗ ਨੂੰ ਲਾ ਇਲਾਜ ਘੋਸ਼ਿਤ ਕਰ ਦਿੱਤਾ ਸੀ। ਉਹਨਾਂ ਨੇ ਹੇਨੇ ਨੂੰ ਇੱਧਰ ਉੱਧਰ ਦੀਆਂ ਚੀਜ਼ਾਂ ਖਾਣ ਦੀ ਮਨਾਹੀ ਕਰ ਦਿੱਤੀ ਸੀ ਅਤੇ ਨਾਲ ਹੀ ਇਹ ਵੀ ਕਹਿ ਦਿੱਤਾ ਸੀ ਕਿ ਉਹਨਾਂ ਨੇ ਕਿਸੇ ਪ੍ਰਕਾਰ ਦਾ ਗੁੱਸਾ ਜਾਂ ਚਿੰਤਾ ਨਹੀਂ ਕਰਨੀ ਅਤੇ ਸ਼ਾਂਤ ਅਤੇ ਸਥਿਰ ਮਨ ਰਹਿਣਾ ਹੈ। ਉਹਨਾਂ ਨੇ ਹੇਨੇ ਨੂੰ ਆਪਣੀ ਵਸੀਅਤ ਤਿਆਰ ਕਰਨ ਲਈ ਵੀ ਕਹਿ ਦਿੱਤਾ ਸੀ। ਇਸ ਬਿਮਾਰੀ ਦੇ ਕਾਰਨ ਹੀ ਹੇਨੇ ਨੂੰ ਪਹਿਲਾਂ ਹੀ ਇੱਕ ਚੰਗਾ ਉੱਚੀ ਆਮਦਨ ਵਾਲਾ ਅਹੁਦਾ ਛੱਡਣਾ ਪਿਆ ਸੀ। ਹੁਣ ਉਹ ਲਗਭਗ ਬੇਕਾਰ ਸੀ। ਹੁਣ ਉਸ ਨੂੰ ਸਿਰਫ ਮੌਤ ਦੀ ਉਡੀਕ ਸੀ। ਅੰਤ ਵਿੱਚ ਹੇਨੇ ਨੇ ਇੱਕ ਅਨੋਖਾ ਫੈਸਲਾ ਲਿਆ। ਉਸਨੇ ਸੋਚਿਆ, ਜਦੋਂ ਮੌਤ ਨਜ਼ਦੀਕ ਹੀ ਹੈ ਤਾਂ ਸਮੇਂ ਦਾ ਪੂਰਾ ਉਪਯੋਗ ਕਿਉਂ ਨਾ ਕੀਤਾ ਜਾਵੇ। ਮੇਰੀ ਹਮੇਸ਼ਾ ਇਹੀ ਇੱਛਾ ਰਹੀ ਹੈ ਕਿ ਮਰਨ ਤੋਂ ਪਹਿਲਾਂ ਮੈਂ ਸੰਸਾਰ ਦੀ ਯਾਤਰਾ ਯਾਨੀ ਵਰਲਡ ਟੂਰ ਕਰ ਲਵਾਂ। ਆਪਣੀ ਇਹ ਰੀਝ ਪੂਰੀ ਕਰਨ ਲਈ ਇਹੀ ਸਮਾਂ ਹੈ। ਇਹ ਸੋਚ ਕੇ ਉਹਨਾਂ ਨੇ ਟਿਕਟ ਖਰੀਦ ਲਿਆ। ਡਾਕਟਰ ਉਸ ਦਾ ਇਹ ਫੈਸਲਾ ਸੁਣ ਕੇ ਸੁੰਨ ਰਹਿ ਗਈ। ਉਹਨਾਂ ਨੇ ਕਿਹਾ, ਮਿਸਟਰ ਹੇਨੇ, ਅਸੀਂ ਤੁਹਾਨੂੰ ਖਬਰਦਾਰ ਕਰ ਦੇਣਾ ਚਾਹੁੰਦੇ ਹਾਂ ਕਿ ਜੇ ਤੁਸੀਂ ਇਹ ਯਾਤਰਾ ਕੀਤੀ ਤਾਂ ਤੁਹਾਡੀ ਕਬਰ ਸਮੁੰਦਰ ਵਿੱਚ ਹੀ ਬਣੇਗੀ। ਨਹੀਂ, ਅਜਿਹਾ ਨਹੀਂ ਹੋਵੇਗਾ, ਹੇਨੇ ਨੇ ਉੱਤਰ ਦਿੱਤਾ। ਮੈਂ ਆਪਣੇ ਪਿਆਰਿਆਂ ਨੂੰ ਵਚਨ ਦਿੱਤਾ ਹੈ
ਕਿ ਮੇਰਾ ਦਫਨ ਉੱਥੇ ਹੀ ਹੋਵੇਗਾ ਜਿੱਥੇ ਮੇਰੇ ਪੂਰਵਜ ਦਫਨਾਏ ਗਏ ਹਨ। ਮੈਂ ਕਾਸਕੇਟ ਖਰੀਦ ਕੇ ਆਪਣੇ ਨਾਲ ਹੀ ਲੈ ਲਵਾਂਗਾ। ਅਤੇ ਉਹਨਾਂ ਨੇ ਕਾਸਕੇਟ, ਉਹ ਬਕਸਾ ਜਿਸ ਵਿੱਚ ਮੁਰਦੇ ਨੂੰ ਪਾ ਕੇ ਦਫਨਾਇਆ ਜਾਂਦਾ ਹੈ, ਖਰੀਦ ਕੇ ਜਹਾਜ਼ ਵਿੱਚ ਰਖਵਾ ਲਿਆ ਅਤੇ ਸਟੀਮਸ਼ਿਪ ਕੰਪਨੀ ਦੇ ਨਾਲ ਇਹ ਸਮਝੌਤਾ ਕਰ ਲਿਆ ਕਿ ਜੇ ਉਹਨਾਂ ਦੀ ਮੌਤ ਜਹਾਜ਼ ਤੇ ਹੋ ਜਾਵੇ ਤਾਂ ਦੇਸ਼ ਪਰਤਣ ਤੱਕ ਉਸ ਦੀ ਲਾਸ਼ ਨੂੰ ਜਹਾਜ਼ ਵਿੱਚ ਸੁਰੱਖਿਅਤ ਰੱਖਿਆ ਜਾਵੇ। ਇਸ ਤਰ੍ਹਾਂ ਉਹ ਉਤਸ਼ਾਹ ਦੇ ਨਾਲ ਯਾਤਰਾ ਲਈ ਰਵਾਨਾ ਹੋ ਗਏ। ਉਮਰ ਖਯਾਮ ਨੇ ਇੱਕ ਥਾਂ ਇਹ ਭਾਵ ਉਜਾਗਰ ਕੀਤੇ ਹਨ, ਮਿੱਟੀ ਵਿੱਚ ਮਿਲਣ ਤੋਂ ਪਹਿਲਾਂ ਆਪਣੇ ਜੀਵਨ ਨੂੰ ਪੂਰੀ ਤਰ੍ਹਾਂ ਮਾਣੋ, ਕਿਉਂਕਿ ਤੁਹਾਨੂੰ ਮਿੱਟੀ ਵਿੱਚ ਬਿਨਾਂ ਸੁਰਾਂ, ਬਿਨਾਂ ਸੰਗੀਤ ਅਤੇ ਬਿਨਾਂ ਕਿਸੇ ਐਂਟਰਟੇਨਮੈਂਟ ਦੇ ਪਿਆ ਰਹਿਣਾ ਹੋਵੇਗਾ। ਜੋ ਵੀ ਹੋਵੇ, ਹੇਨੇ ਨੂੰ ਆਪਣੀ ਯਾਤਰਾ ਵਿੱਚ ਸ਼ਰਾਬ ਦੀ ਕਮੀ ਕਦੇ ਨਾ ਰਹੀ। ਉਹਨਾਂ ਨੇ ਦੱਸਿਆ, ਮੈਂ ਤੇਜ਼ ਸ਼ਰਾਬ ਪੀਂਦਾ ਅਤੇ ਸਿਗਾਰ ਫੂਕਦਾ, ਸਭ ਤਰ੍ਹਾਂ ਦਾ ਫੂਡ ਮੈਂ ਖਾਂਦਾ ਸੀ। ਅਸੀਂ ਬਾਰਿਸ਼ ਅਤੇ ਤੂਫਾਨਾਂ ਵਿੱਚੋਂ ਵੀ ਗੁਜ਼ਰੇ। ਜੇ ਮੈਂ ਉਹਨਾਂ ਤੋਂ ਡਰ ਜਾਂਦਾ ਤਾਂ ਸੱਚਮੁੱਚ ਹੀ ਮੇਰੀ ਮੌਤ ਹੋ ਜਾਂਦੀ, ਪਰ ਇਸ ਯਾਤਰਾ ਦਾ ਮੈਂ ਖੂਬ ਆਨੰਦ ਮਾਣਿਆ। ਮੈਂ ਜਹਾਜ਼ ਤੇ ਹੱਸਦਾ, ਖੇਡਦਾ, ਗਾਉਂਦਾ, ਨਵੇਂ-ਨਵੇਂ ਦੋਸਤ ਬਣਾਉਂਦਾ ਅਤੇ ਅੱਧੀ ਰਾਤ ਤੱਕ ਜਾਗਦਾ ਰਹਿੰਦਾ। ਚੀਨ ਅਤੇ ਭਾਰਤ ਪਹੁੰਚਣ ਤੇ ਮੈਂ ਮਹਿਸੂਸ ਕੀਤਾ ਕਿ ਪੂਰਬ ਦੀ ਗਰੀਬੀ ਅਤੇ ਭੁੱਖਮਰੀ ਦੇ ਕਸ਼ਟ ਦੇ ਮੁਕਾਬਲੇ ਆਪਣੇ ਦੇਸ਼ ਵਿੱਚ ਕਿ ਆਪਣੀਆਂ ਬਿਜ਼ਨਸ ਦੀਆਂ ਮੁਸ਼ਕਿਲਾਂ ਅਤੇ ਫਿਕਰਾਂ ਛੋਟੀਆਂ ਸਨ ਅਤੇ ਆਪਣੀਆਂ ਇਹਨਾਂ ਪ੍ਰੋਬਲਮਸ ਦੇ ਬਾਵਜੂਦ ਵੀ ਉਸ ਦੀ ਤੁਲਨਾ ਵਿੱਚ ਮੈਨੂੰ ਆਪਣੇ ਜੀਵਨ ਵਿੱਚ ਸਵਰਗ ਜਿਹਾ ਸੁੱਖ ਪ੍ਰਾਪਤ ਸੀ। ਮੈਂ ਆਪਣੀਆਂ ਸਭ ਵਿਅਰਥ ਚਿੰਤਾਵਾਂ ਛੱਡ ਕੇ ਤੰਦਰੁਸਤ ਹੋ ਗਿਆ। ਅਮਰੀਕਾ ਪਹੁੰਚਣ ਤੱਕ ਮੇਰਾ ਭਾਰ 90 ਪੌਂਡ ਵੱਧ ਗਿਆ ਸੀ। ਮੈਂ ਬਿਲਕੁਲ ਭੁੱਲ ਚੁੱਕਿਆ ਸੀ ਕਿ ਮੇਰੇ ਪੇਟ ਵਿੱਚ ਅਲਸਰ ਹੋਇਆ ਕਰਦਾ ਸੀ। ਇੰਨਾ ਸੁਖੀ ਮੈਂ ਜੀਵਨ ਵਿੱਚ ਕਦੇ ਨਹੀਂ ਰਿਹਾ। ਆਪਣੇ ਦੇਸ਼ ਪਹੁੰਚਦੇ ਹੀ ਮੈਂ ਉਹ ਕਾਸਕੇਟ ਠੇਕੇਦਾਰ ਨੂੰ ਵੇਚ ਦਿੱਤਾ ਅਤੇ ਮੈਂ ਆਪਣੇ ਕਾਰੋਬਾਰ ਵਿੱਚ ਜੁਟ ਗਿਆ। ਉਦੋਂ ਤੋਂ ਅੱਜ ਤੱਕ ਮੈਂ ਇੱਕ ਦਿਨ ਵੀ ਬਿਮਾਰ ਨਹੀਂ ਪਿਆ। ਜਿਨ੍ਹਾਂ ਦਿਨਾਂ ਦੀ ਇਹ ਘਟਨਾ ਹੈ, ਸ਼੍ਰੀ ਹੇਨੇ ਨੂੰ ਵਿਲਿਸ ਐਚ ਕੈਰੀਅਰ ਦੇ ਚਿੰਤਾ ਨਿਵਾਰਕ ਫਾਰਮੂਲੇ ਬਾਰੇ ਕੁਝ ਵੀ ਪਤਾ ਨਹੀਂ ਸੀ, ਪਰ ਹੁਣੇ ਹੀ ਉਹਨਾਂ ਨੇ ਮੈਨੂੰ ਦੱਸਿਆ ਕਿ ਪਤਾ ਨਾ ਹੁੰਦੇ ਹੋਏ ਵੀ ਮੈਂ ਉਸੇ ਫਾਰਮੂਲੇ ਦਾ ਆਪਣੇ ਢੰਗ ਨਾਲ ਇਸਤੇਮਾਲ ਕਰ ਰਿਹਾ ਸੀ। ਮੈਂ ਮੌਤ ਦੇ ਰੂਪ ਵਿੱਚ ਆਪਣੇ ਬੁਰੇ ਪੱਖ ਨਾਲ ਸਮਝੌਤਾ ਕਰ ਲਿਆ ਸੀ ਅਤੇ ਉਸ ਦੇ ਬਾਅਦ ਜੀਵਨ ਦੇ ਬਾਕੀ ਸਮੇਂ ਨੂੰ ਆਨੰਦ ਨਾਲ ਮਾਣ ਕੇ ਬੁਰੇ ਪੱਖ ਨੂੰ ਸੁਧਾਰ ਲਿਆ। ਉਹਨਾਂ ਨੇ ਅੱਗੇ ਦੱਸਿਆ ਕਿ ਜੇ ਮੈਂ ਜਹਾਜ਼ ਤੇ ਚਿੰਤਾ ਵਿੱਚ ਹੀ ਡੁੱਬਿਆ ਰਹਿੰਦਾ ਤਾਂ ਪੱਕਾ ਮੇਰੀ ਵਾਪਸੀ ਲਾਸ਼ ਦੀ ਇੱਕ ਅੰਤਿਮ ਯਾਤਰਾ ਦੇ ਰੂਪ ਵਿੱਚ ਹੋਣੀ ਸੀ। ਪਰ ਮੈਂ ਨਿਸ਼ਚਿੰਤ ਯਾਨੀ ਟੈਨਸ਼ਨ ਫ੍ਰੀ ਹੋ ਕੇ ਆਪਣੀ ਸਾਰੀ ਚਿੰਤਾ ਭੁਲਾ ਦਿੱਤੀ। ਇਸ ਮਾਨਸਿਕ ਸਥਿਰਤਾ ਨਾਲ ਮੇਰੇ ਅੰਦਰ ਇੱਕ ਨਵੀਂ ਸ਼ਕਤੀ ਦਾ ਸੰਚਾਰ ਹੋਇਆ, ਜਿਸ ਨੇ ਅਸਲੀਅਤ ਵਿੱਚ ਮੇਰੇ ਜੀਵਨ ਦੀ ਰੱਖਿਆ ਕੀਤੀ। ਹੁਣ ਜੇ ਵਿਲਿਸ ਐਚ ਕੈਰੀਅਰ ਇਸ ਮੈਜੀਕਲ ਫਾਰਮੂਲੇ ਦੁਆਰਾ 20,000 ਦੀ ਲਾਗਤ ਦਾ ਕੰਟਰੈਕਟ ਬਚਾ ਸਕਦੇ ਹਨ, ਇਹ ਨਿਊਯਾਰਕ ਦਾ ਵਪਾਰੀ ਠੱਗ ਇੰਸਪੈਕਟਰ ਦੇ ਚੁੰਗਲ ਤੋਂ ਬਚ ਸਕਦਾ ਹੈ ਅਤੇ ਅਰਲ ਪੀ ਹੇਨੇ ਆਪਣੇ ਜੀਵਨ ਦੀ ਰੱਖਿਆ ਕਰ ਸਕਦੇ ਹਨ, ਤਾਂ ਕੀ ਇਸ ਦੁਆਰਾ ਤੁਹਾਡੀਆਂ ਸਮੱਸਿਆਵਾਂ ਦਾ ਹੱਲ ਸੰਭਵ ਨਹੀਂ? ਕੀ ਇਹ ਸੰਭਵ ਨਹੀਂ ਕਿ ਜਿਨ੍ਹਾਂ ਉਲਝਣਾਂ ਨੂੰ ਤੁਸੀਂ ਹੁਣ ਤੱਕ ਹੱਲ ਤੋਂ ਪਰੇ ਸਮਝ ਬੈਠੇ ਹੋ, ਉਹ ਇਸ ਫਾਰਮੂਲੇ ਨਾਲ ਸੋਲਵ ਹੋ ਜਾਣ? ਇਸ ਲਈ ਦੂਸਰਾ ਨਿਯਮ ਇਹ ਹੈ ਕਿ ਤੁਹਾਡੇ ਸਾਹਮਣੇ ਚਿੰਤਾਜਨਕ ਸਮੱਸਿਆਵਾਂ ਹਨ ਤਾਂ 3 ਸਟੇਜਸ ਵਾਲੇ ਵਿਲਿਸ ਐਚ ਕੈਰੀਅਰ ਦੇ ਇਸ ਫਾਰਮੂਲੇ ਦਾ ਪ੍ਰਯੋਗ ਕਰੋ। ਨੰਬਰ 1, ਆਪਣੇ ਆਪ ਨੂੰ ਪੁੱਛੋ ਕਿ ਸੰਭਾਵਿਤ ਬੁਰਾ ਪੱਖ ਕੀ ਹੋ ਸਕਦਾ ਹੈ। ਨੰਬਰ 2, ਜੇ ਹੋਰ ਕੋਈ ਉਪਾਅ ਨਾ ਹੋਵੇ ਤਾਂ ਇਸ ਬੁਰੇ ਪੱਖ ਨੂੰ ਸਵੀਕਾਰ ਕਰ ਲਵੋ। ਨੰਬਰ 3, ਧੀਰਜ ਯਾਨੀ ਪੇਸ਼ੈਂਸ ਨਾਲ ਉਸ ਬੁਰੇ ਪੱਖ ਨੂੰ ਸੁਧਾਰਨ ਦੀ ਕੋਸ਼ਿਸ਼ ਵਿੱਚ ਜੁਟ ਜਾਓ। ਧੰਨਵਾਦ ਦੋਸਤੋ, ਤੁਸੀਂ ਵੀ ਇਹ ਮੈਜੀਕਲ ਫਾਰਮੂਲਾ ਆਪਣੀਆਂ ਸਮੱਸਿਆਵਾਂ 'ਤੇ ਲਾਗੂ ਕਰਕੇ ਉਹਨਾਂ ਤੋਂ ਛੁਟਕਾਰਾ ਪਾ ਸਕਦੇ ਹੋ। ਦੋਸਤੋ, ਉਡੀਕ ਰਹੇਗੀ ਸਾਨੂੰ ਤੁਹਾਡੇ ਕਮੈਂਟਸ ਦੀ। ਤਾਂ ਜਲਦੀ ਹੀ ਮਿਲਦੇ ਹਾਂ 3rd ਚੈਪਟਰ ਦੇ ਨਾਲ। ਤਦ ਤੱਕ ਲਈ ਜ਼ਿੰਦਗੀ ਜ਼ਿੰਦਾਬਾਦ।